Hello everyone and welcome to Gills Mentor online e-learning channel. ਅੱਜ ਦੇ ਅਸੀਂ ਸੀਰੀਜ਼ 'ਚ ਕੰਟੀਨਿਊ ਕਰਨ ਜਾ ਰਹੇ ਹਾਂ ਪਾਰਟ ਨੰਬਰ 48 of 1800 MCQs and the topic remains history with respect to freedom struggle. ਇਹ ਸੀਰੀਜ਼ ਤੁਹਾਡੇ ਆਉਣ ਵਾਲੇ ਸਾਰੇ ਐਗਜ਼ਾਮਸ ਫॉर ਐਗਜ਼ਾਮਪਲ PPSC, PSCB, ਪਟਵਾਰੀ, ਹਾਈ ਕੋਰਟ ਐਟਸੈਟਰਾ ਲਈ ਬਹੁਤ ਲਾਭਦਾਇਕ ਰਹੇਗੀ। ਅਜਿਹੀਆਂ ਹੋਰ ਇੰਪੋਰਟੈਂਟ ਵੀਡੀਓਜ਼ ਨੂੰ ਮਿਸ ਨਾ ਕਰਨ ਲਈ ਅਤੇ ਟਾਈਮਲੀ ਨੋਟੀਫਿਕੇਸ਼ਨਸ ਨੂੰ ਗ੍ਰੈਬ ਕਰਨ ਲਈ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਨਾਲ ਦੀ ਨਾਲ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ। Let's begin with part number 48 with question number 91, which says the Governor General of India who initiated the introduction of English in India was कि English ਨੂੰ curriculum 'ਚ ਲਿਆਉਣ ਵਾਲਾ ਕਿਹੜਾ Governor General ਸੀਗਾ ਇੰਡੀਆ ਦਾ। Option 1 is Lord Curzon, Option 2 is Lord Macaulay, Option 3 is Lord Bentinck, Option 4 is Lord Hastings. Correct answer here is option number 3, Lord Bentinck. ਇਸ ਨੂੰ ਹੋਰ ਐਕਸਪਲੇਨ ਕਰਦਿਆਂ ਹੋਇਆਂ ਕਿ ਇੰਗਲਿਸ਼ ਨੂੰ ਸਿਲੇਬਸ 'ਚ ਆਫੀਸ਼ੀਅਲੀ ਲਿਆਂਦਾ ਗਿਆ ਸੀ ਇੰਡੀਆ 'ਚ 1835 'ਚ ਜਦੋਂ ਗਵਰਨਰ ਜਨਰਲ ਵਾਸ ਵਿਲੀਅਮ ਬੈਂਟਿਕ ਅਤੇ ਇੱਕ ਐਕਟ ਪਾਸ ਕੀਤਾ ਗਿਆ ਜਿਸ ਨੂੰ ਇੰਗਲਿਸ਼ ਐਜੂਕੇਸ਼ਨ ਐਕਟ ਕਿਹਾ ਜਾਂਦਾ ਹੈ ਆਫ ਦੀ ਕਾਊਂਸਲ ਆਫ ਇੰਡੀਆ ਇਨ 1835 ਅਤੇ ਇਸ ਐਕਟ ਦੇ ਦੌਰਾਨ ਇੰਗਲਿਸ਼ ਨੂੰ ਪ੍ਰਮੋਟ ਕਰਨ ਲਈ ਅਤੇ ਇੰਡੀਅਨਸ ਦੀ ਐਜੂਕੇਸ਼ਨ ਦੇ ਐਕਸਪੈਂਡੀਚਰ ਨੂੰ ਚਲਾਉਣ ਲਈ ਬਹੁਤ ਸਾਰੇ ਫੰਡਸ ਰੀਲੋਕੇਟ ਕੀਤੇ ਗਏ ਈਸਟ ਇੰਡੀਆ ਕੰਪਨੀ ਵੱਲੋਂ। ਨੈਕਸਟ ਕੁਐਸਚਨ ਸੇਜ਼ ਹੂ ਅਮੰਗ ਦ ਫੋਲੋਇੰਗ ਵਿਜ਼ਿਟਡ ਗਾਂਧੀ ਜੀ ਇਨ ਸਾਊਥ ਅਫਰੀਕਾ ਕਿ ਸਾਊਥ ਅਫਰੀਕਾ ਨੂੰ ਵਿੱਚ ਗਾਂਧੀ ਜੀ ਨੂੰ ਮਿਲਣ ਕੌਣ ਗਿਆ ਸੀ। Option 1 is Bal Gangadhar Tilak, Option 2 is Vallabhbhai Patel, Option 3 is Gopal Krishna Gokhale, Option 4 is Jawaharlal Nehru. Correct answer here is option number 3, Gopal Krishna Gokhale. ਇਸ ਨੂੰ ਹੋਰ ਐਕਸਪਲੇਨ ਕਰਦਿਆਂ ਹੋਇਆਂ ਗੋਖਲੇ ਜੋ ਸੀਗੇ ਹੀ ਵਾਜ਼ ਅ ਟੀਚਰ ਟੂ ਮਹਾਤਮਾ ਗਾਂਧੀ ਐਂਡ ਹੀ ਵਾਜ਼ ਕਾਈਂਡ ਆਫ ਹਿਜ਼ ਰੋਲ ਮਾਡਲ ਐਂਡ ਉਹਨਾਂ ਨੂੰ ਗਾਂਧੀ ਜੀ ਨੇ 1912 'ਚ ਗੋਪਾਲ ਕ੍ਰਿਸ਼ਨ ਗੋਖਲੇ ਜੀ ਨੂੰ ਇੱਕ ਇਨਵੀਟੇਸ਼ਨ ਦਿੱਤਾ ਜਿਸ 'ਤੇ ਐਂਡ ਐਜ਼ ਅ ਰਿਜ਼ਲਟ ਆਫ ਇਟ ਹੀ ਵੈਂਟ ਟੂ ਮੀਟ ਗੋਪਾਲ ਕ੍ਰਿਸ਼ਨ ਗੋਖਲੇ ਵੈਂਟ ਟੂ ਮੀਟ ਗਾਂਧੀ ਜੀ ਇਨ 1912 ਐਟ ਸਾਊਥ ਅਫਰੀਕਾ ਅਤੇ ਉਹਨਾਂ ਦੀ ਗਾਈਡੈਂਸ ਦੇ ਕਾਰਨ ਹੀ ਗਾਂਧੀ ਜੀ ਹੈਡ ਇਮਰਜਡ ਅ ਲੀਡਰ ਇਨ ਐਨ ਇੰਡੀਅਨ ਇੰਡੀਪੈਂਡੈਂਸ ਮੂਵਮੈਂਟ। ਨਾਟ ਓਨਲੀ ਦਿਸ ਜਿਹੜੇ ਸਾਊਥ ਅਫਰੀਕਨਸ ਦੇ ਕਾਮਨ ਇੰਡੀਅਨ ਸੀਗੇ ਉਹਨਾਂ ਨੂੰ ਕਨਫਰੰਟ ਕਰਨ ਲਈ ਵੀ ਜੋ ਨੌਲੇਜ ਔਰ ਅੰਡਰਸਟੈਂਡਿੰਗ ਚਾਹੀਦੀ ਸੀ ਇਹ ਸਾਰੀ ਗਾਈਡੈਂਸ ਗਾਂਧੀ ਜੀ ਨੂੰ ਗੋਪਾਲ ਕ੍ਰਿਸ਼ਨ ਗੋਖਲੇ ਨੇ ਦਿੱਤੀ। ਨੈਕਸਟ ਕੁਐਸਚਨ ਸੇਜ਼ ਇਨ ਵਿਚ ਈਅਰ ਸਾਲਟ ਸੱਤਿਆਗ੍ਰਹਿ ਟੁੱਕ ਪਲੇਸ ਕਿ ਸਾਲਟ ਸੱਤਿਆਗ੍ਰਹਿ ਕਿਹੜੇ ਸਾਲ 'ਚ ਹੋਇਆ। Option 1 is 1929, Option 2 is 1930, Option 3 is 1931, Option 4 is 1932. Correct answer here is option number 2, 1930. ਇਸ ਨੂੰ ਹੋਰ ਐਕਸਪਲੇਨ ਕਰਦਿਆਂ ਹੋਇਆਂ ਸਾਲਟ ਸੱਤਿਆਗ੍ਰਹਿ ਜੋ ਸੀਗਾ ਉਹ 12 ਮਾਰਚ 1930 ਨੂੰ ਸ਼ੁਰੂ ਹੋਇਆ ਅਤੇ ਸਾਲਟ ਸੱਤਿਆਗ੍ਰਹਿ ਦੀ ਸ਼ੁਰੂਆਤ ਡੰਡੀ ਮਾਰਚ ਮੰਨੀ ਜਾਂਦੀ ਹੈ ਅਤੇ ਇਹ ਜਿਹੜਾ ਸੱਤਿਆਗ੍ਰਹਿ ਸੀ ਇਹ ਸੈਕਿੰਡ ਪ੍ਰੋਟੈਸਟ ਸੀਗਾ ਆਫਟਰ ਨਾਨ ਕੋਆਪਰੇਸ਼ਨ ਮੂਵਮੈਂਟ ਅਗੇਂਸਟ ਦ ਬ੍ਰਿਟਿਸ਼ ਇਨ 1920 ਐਂਡ 22 ਐਂਡ ਇਹਨੂੰ ਇੰਡੀਆ ਦੀ ਫਸਟ ਵਾਰ ਆਫ ਇੰਡੀਪੈਂਡੈਂਸ ਵੀ ਕਿਹਾ ਜਾਂਦਾ ਹੈ। ਨੈਕਸਟ ਕੁਐਸਚਨ ਸੇਜ਼ ਥਰੂ ਵਿਚ ਐਜੂਕੇਸ਼ਨਲ ਰਿਪੋਰਟ ਕੈਲਕਟਾ ਯੂਨੀਵਰਸਿਟੀ ਕੇਮ ਇਨ ਟੂ ਐਗਜ਼ਿਸਟੈਂਸ ਕਿ ਕੈਲਕਟਾ ਯੂਨੀਵਰਸਿਟੀ ਕਿਸ ਐਜੂਕੇਸ਼ਨਲ ਰਿਪੋਰਟ ਦਾ ਰਿਜ਼ਲਟ ਬਣ ਕੇ ਇਸਟੈਬਲਿਸ਼ ਕੀਤੀ ਗਈ। Option 1 is Macaulay's Minute, Option 2 is Hunter Commission, Option 3 is Charter Act, Option 4 is Wood's Dispatch. Correct answer here is option number 4, Wood's Dispatch. ਇਸ ਨੂੰ ਹੋਰ ਐਕਸਪਲੇਨ ਕਰਦਿਆਂ ਹੋਇਆਂ ਕਿ ਇੰਡੀਆ 'ਚ ਵੈਸਟਰਨ ਐਜੂਕੇਸ਼ਨ ਜਾਂ ਐਜੂਕੇਸ਼ਨ ਸਪਰੈਡ ਕਰਨ ਦਾ ਜਿਹੜਾ ਕ੍ਰੈਡਿਟ ਸੀਗਾ ਉਹ ਬ੍ਰਿਟਿਸ਼ਰਸ ਨੂੰ ਜੇ ਆਪਾਂ ਰੈਫਰ ਕਰੀਏ ਤਾਂ ਚਾਰਲਸ ਵੁੱਡ ਨੂੰ ਜਾਂਦਾ ਹੈ। And thus he in 1854 he had sent a dispatch to Lord Dalhousie who was the then Governor General of India. ਅਤੇ ਇਹ ਜਿਹੜਾ ਡਿਸਪੈਚ ਸੀ ਇਸ ਦੇ ਅਕੋਰਡਿੰਗ ਇਹ ਕੀ ਡਿਮਾਂਡ ਕਰ ਰਿਹਾ ਸੀ ਕਿ ਜਿੱਦਾਂ ਦੀਆਂ ਯੂਨੀਵਰਸਿਟੀਜ਼ ਲੰਡਨ 'ਚ ਨੇ ਉਸੇ ਤਰ੍ਹਾਂ ਦੀਆਂ ਇਕੁਅਲੈਂਟ ਸਟੈਂਡਰਡ ਦੀਆਂ ਯੂਨੀਵਰਸਿਟੀਜ਼ ਬੜੀਆਂ ਸਿਟੀਜ਼ ਇੰਡੀਆ ਦੀਆਂ ਸਚ ਐਜ਼ ਬੋਂਬੇ, ਕੈਲਕਟਾ ਐਂਡ ਮੈਡਰਾਸ 'ਚ ਵੀ ਹੋਣੀਆਂ ਚਾਹੀਦੀਆਂ ਨੇ। ਐਂਡ ਐਜੂਕੇਸ਼ਨ ਨੂੰ ਹੋਰ ਪ੍ਰਮੋਟ ਕਰਨ ਲਈ ਇਹਨਾਂ ਨੇ ਐਜੂਕੇਸ਼ਨ ਡਿਪਾਰਟਮੈਂਟਸ ਨੂੰ ਲਿਆਉਣ ਦਾ ਵੀ ਇੱਕ
मतलब प्रपोजल रखा तो एज अ रिजल्ट ऑफ इट मैनी यूनिवर्सिटीज़ वर ओपनड एट कैलकटा, बॉम्बे, मद्रास in 1857 and in Punjab in 1882. नेक्स्ट क्वेश्चन सेज कैबिनेट मिशन केम टू इंडिया इन द ईयर कि कैबिनेट मिशन किस साल इंडिया च आया. ऑप्शन 1 इज़ 1946, ऑप्शन 2 इज़ 1945, ऑप्शन 3 इज़ 1942, ऑप्शन 4 इज़ 1940. करेक्ट आंसर हियर इज़ ऑप्शन नंबर 1, 1946. इसनूं होर एक्सप्लेन करदिਆਂ ਹੋਇਆਂ कि इट वॉज द ब्रिटिश कैबिनेट मिशन ऑफ 1946 जिसका एम की सीगा ट्रांसफर ऑफ पावर फ्रॉम ब्रिटिश गवर्नमेंट टू इंडियन लीडरशिप तो इस दे दौरान इंडिया नूं इंडिपेंडेंस देने का एक हिंट दे दिता गया. तो यह जिहड़ा कैबिनेट मिशन सीगा यह क्लेमेंट एटली हू वॉज द प्राइम मिनिस्टर ऑफ यूनाइटेड किंगडम इन्हां दा एक इनिशिएटिव सीगा. तो इस मिशन च कैबिनेट मिशन च होर भी परसनैलिटीज़ सीगियां. फॉर एग्जाम्पल लॉर्ड पैथिक लॉरेंस हू वॉज द सैक्रटरी ऑफ स्टेट फॉर इंडिया एंड सर स्टैनफोर्ड क्रिप्स हू वॉज द प्रेजिडेंट ऑफ द बोर्ड ऑफ ट्रेड, A.V. अलेगजेंडर द फर्स्ट लॉर्ड ऑफ एडमिरलिटी. पर इस च जो जिसने नहीं पार्टिसिपेट किया कैबिनेट मिशन प्लान च ही वॉज लॉर्ड वेवल. Lord Wavell was not a participant of cabinet mission plan. Next question says Muslim League was founded in the year कि Muslim League केड़े साल Muslim League दी foundation रखी गई. Option 1 is 1900s, option 2 is 1905, option 3 is 1906, option 4 is 1902. Correct answer here is option number 3, 1906. इसनूं होर एक्सप्लेन करदिਆਂ ਹੋਇਆਂ कि ब्रिटिश रूल ਦੇ ਦੌਰਾਨ एक मुस्लिम मैजोरिटी पार्टी ਦੀ ਇਸਟੈਬਲਿਸ਼ਮੈਂਟ ਹੋਈ ਜਿਸਨੂੰ ਆਪਾਂ ਕਹਿੰਦੇ ਆ ਆਲ ਇੰਡੀਆ ਮੁਸਲਿਮ ਲੀਗ. ਇਹ ਇੱਕ ਪੋਲੀਟੀਕਲ ਪਾਰਟੀ ਸੀਗੀ ਤੇ ਇਹ ਜੋ ਸੀਗੀ ਇੱਕ ਇਹਦੀ ਫਾਊਂਡੇਸ਼ਨ ਰੱਖੀ ਗਈ ਆਲ ਇੰਡੀਆ ਮੁਹੰਮਦਨ ਐਜੂਕੇਸ਼ਨਲ ਕਾਨਫਰੰਸ ਐਟ ਢਾਕਾ ਤੇ ਇਨ 1906 'ਚ. ਤੇ ਇਹ ਪਾਰਟੀਸ਼ਨ ਆਫ ਬੰਗਾਲ ਕਰਕੇ नॉट पार्टीशन ऑफ बंगाल मतलब जिहड़ी हिंदू मुस्लिम्स दे विच रिलीजन कास्ट दे बेस ते जो रिवैलरीज हो रही सी ते इस दौरान मुस्लिम्स डिसाइडेड टू गेट सैपरेटेड. सो दीज वर द बेसिक एजेंडास ऑफ दिस ऑल इंडिया मुस्लिम लीग. नेक्स्ट क्वेश्चन सेज द फेमस रेवोल्यूशनरी सॉन्ग सरफरोशी की तमन्ना अब हमारे दिल में है वॉज कंपोज्ड बाय कि इट्स अ वेरी पॉपुलर पैट्रियोटिक सॉन्ग ए किने कंपोज किया. ऑप्शन 1 इज़ भगत सिंह, ऑप्शन 2 इज़ खुदीराम बोस, ऑप्शन 3 इज़ चंद्रशेखर आज़ाद, ऑप्शन 4 इज़ राम प्रसाद बिस्मिल. करेक्ट आंसर हेयर इज़ ऑप्शन नंबर 4, राम प्रसाद बिस्मिल. इसनूं होर एक्सप्लेन करदिਆਂ ਹੋਇਆਂ सरफरोशी की तमन्ना इज़ एक्चुअली अ पोएम which is written in Urdu language and is written by Pandit Ram Prasad जिन्हां दा पेन नेम या पोइट्री नेम इज़ बिस्मिल. ਇਹ ਇੱਕ ਬਹੁਤ ਹੀ ਪੋਪੂਲਰ ਇੰਡੀਅਨ ਇੰਡੀਪੈਂਡੈਂਸ ਮੂਵਮੈਂਟ ਲੀਡਰ ਸੀਗੇ ਤੇ ਇਹਨਾਂ ਨੂੰ ਜ਼ਿਆਦਾਤਰ ਕਾਕੋਰੀ ਟ੍ਰੇਨ ਰੋਬਰੀ ਦੇ ਟਾਈਮ 'ਤੇ ਮਤਲਬ ਉਸ ਦੇ ਨਾਲ ਲਿੰਕ ਕਰਕੇ ਬਹੁਤ ਯਾਦ ਕੀਤਾ ਜਾਂਦਾ ਹੈ. ਨੈਕਸਟ ਕੁਐਸਚਨ ਸੇਜ਼ ਦ ਫਰਸਟ ਵਾਇਸਰॉय ऑफ इंडिया was कि इंडिया के फर्स्ट वाइसरॉय कौन सी. ऑप्शन 1 इज़ लॉर्ड कैनिंग, ऑप्शन 2 इज़ लॉर्ड हार्डिंग, ऑप्शन 3 इज़ लॉर्ड डलहाउजी, ऑप्शन 4 इज़ लॉर्ड एल्जिन. करेक्ट आंसर हेयर इज़ ऑप्शन नंबर 1, लॉर्ड कैनिंग. इसनूं होर एक्सप्लेन करदिਆਂ ਹੋਇਆਂ ਚਾਰਲਸ ਜੌਨ ਕੈਨਿੰਗ ਜਿਸਨੂੰ ਕਿ ਵਿਸਕਾਊਂਟ ਕੈਨਿੰਗ ਵੀ ਕਿਹਾ ਜਾਂਦਾ ਸੀ. ਹੀ ਵਾਜ਼ ਐਨ ਇੰਗਲਿਸ਼ ਸਟੇਟਸਮੈਨ ਐਂਡ ਗਵਰਨਰ ਜਨਰਲ ਆਫ ਇੰਡੀਆ ड्यूरिंग द रिबेलियन ऑफ 1857 ਦੇ ਰਿਬੇਲੀਅਨ ਦੇ ਦੌਰਾਨ ਹੀ ਵਾਜ਼ ਗਵਰਨਰ ਜਨਰਲ ਆਫ ਇੰਡੀਆ ਫਰੋਮ 1837 ਟੂ 1859 ਤੇ 1858 'ਚ ਇਹਨਾਂ ਨੂੰ ਫਸਟ ਵਾਇਸਰॉय ਆਫ ਇੰਡੀਆ ਬਣਾ ਦਿੱਤਾ ਗਿਆ. ਤੇ April 15 1859 'ਚ ਇਹਨਾਂ ਨੂੰ ਬਹੁਤ ਐਪਰੀਸ਼ੀਏਟ ਕੀਤਾ ਗਿਆ ਇਨ ਬੋਥ ਹਾਊਸਿਸ ਆਫ ਪਾਰਲੀਮੈਂਟ ਕਿਉਂਕਿ ਇਹਨਾਂ ਨੇ ਬਹੁਤ ਹੀ ਜ਼ਿਆਦਾ ਡੈਡੀਕੇਟਿਡ ਸਰਵਿਸ ਦਿੱਤੀ ਸੀ 1857 ਦੇ ਰਿਬੇਲੀਅਨ 'ਚ. ਨੋਟ ਓਨਲੀ ਦਿਸ ਇਹਨਾਂ ਨੂੰ ਇੱਕ ਐਕਸਟਰਾ ਸਿਵਲ ਗ੍ਰੈਂਡ ਕ੍ਰੋਸ ਵੀ ਮਿਲਿਆ ਆਫ ਦੀ ਆਰਡਰ ਆਫ ਬਾਥ ਐਂਡ ਇਸ ਸੇਮ ਈਅਰ ਇਹਨਾਂ ਨੂੰ ਇੱਕ
अर्ल ਦੀ ਡਿਗਨਿਟੀ ਐਜ਼ अर्ल ਕੈਨਿੰਗ ਵੀ ਇਹਨਾਂ ਨੂੰ ਮਤਲਬ ਇਹਨਾਂ ਨੂੰ ਪ੍ਰਮੋਟ ਕਰ ਦਿੱਤਾ ਗਿਆ। Next question says, from which of the following Upanishads the words Satyamev Jayate inscribed in Devanagari script below has the abacus of the state emblem are? कि ਜਿਹੜਾ ਸਤਿਆਮੇਵ ਜਯਤੇ ਇਹ ਫਰੇਜ਼ ਹੈ ਇਹ ਕਿੱਥੋਂ ਲਿੱਤੀ ਗਈ ਹੈ, ਕਿਹੜੇ ਪੁਰਾਣੇ ਸਕ੍ਰਿਪਟ 'ਚ ਇੰਡੀਅਨ ਸਕ੍ਰਿਪਚਰ 'ਚ ਲਿੱਤੀ ਗਈ ਹੈ। Option 1 is Prashan, Option 2 is Mundaka, Option 3 is Mandukya, Option 4 is Ishavasya। ਕਰੈਕਟ ਆਨਸਰ ਹੇਅਰ ਇਜ਼ ਆਪਸ਼ਨ ਨੰਬਰ 2 ਮੁੰਦਾਕਾ। ਇਸ ਨੂੰ ਹੋਰ ਐਕਸਪਲੇਨ ਕਰਦਿਆਂ ਹੋਇਆਂ ਸਤਿਆਮੇਵ ਜਯਤੇ ਜੋ ਇਹ ਟਰਮ ਹੈ ਜਿਸ ਦਾ ਇੰਗਲਿਸ਼ 'ਚ ਮਤਲਬ ਹੈ ਟਰੂਥ ਅਲੋਨ ਟਰਾਇੰਫਸ, ਇਹ ਜੋ ਫਰੇਜ਼ ਹੈ ਓਰੀਜਨਲੀ ਇਟ ਇਜ਼ ਟੇਕਨ ਫਰੋਮ ਉਪਨਿਸ਼ਦਸ ਦੇ ਹੋਰ ਆਪਾਂ ਜੇ ਕਲਾਸੀਫਾਈ ਕਰ ਲਈਏ ਤਾਂ ਇਟ ਇਜ਼ ਮੁੰਦਾਕਾ ਉਪਨਿਸ਼ਦ ਜਿਸ ਤੋਂ ਕਿ ਇਹ ਟਰਮ ਜੋ ਹੈ ਆਪਾਂ ਯੂਜ਼ ਕਰਦੇ ਹਾਂ ਸਤਿਆਮੇਵ ਜਯਤੇ। ਇਹਦੀ ਇਟ ਇਜ਼ ਐਸੋਸੀਏਟਡ ਵਿਦ ਅਥਰਵਵੇਦ ਅਤੇ ਇਹਨੂੰ ਜਦੋਂ ਇੰਡੀਆ ਆਜ਼ਾਦ ਹੋਇਆ ਇਹਨੂੰ ਆਪਾਂ ਐਜ਼ ਨੈਸ਼ਨਲ ਮੋਟੋ ਅਡੋਪਟ ਕੀਤਾ ਅਤੇ ਇਹ ਜਿਹੜਾ ਮੋਟੋ ਹੈ ਇਟ ਇਜ਼ ਐਕਚੁਅਲੀ ਅ ਮੰਤਰ 3.1.6 ਫਰੋਮ ਮੁੰਦਾਕਾ ਉਪਨਿਸ਼ਦ। ਨੈਕਸਟ ਕੁਐਸਚਨ ਸੇਜ਼ ਲਾਹੌਰ was Ranjit Singh's political capital, which was his religious capital? कि रंजीत सिंह ਦੇ ਟਾਈਮ ਲਾਹੌਰ ਜੋ ਸੀ ਉਹਨਾਂ ਦੀ ਪੋਲੀਟੀਕਲ ਕੈਪੀਟਲ ਸੀਗੀ ਤਾਂ ਜਿਹੜੀ ਉਹਨਾਂ ਦੀ ਰਿਲੀਜੀਅਸ ਕੈਪੀਟਲ ਹੈ ਉਹ ਕਿਹੜਾ ਸ਼ਹਿਰ ਸੀ। Option 1 is ਅੰਮ੍ਰਿਤਸਰ, Option 2 is ਅਨੰਦਪੁਰ ਸਾਹਿਬ, Option 3 is ਗੁਜਰਾਂਵਾਲਾ, Option 4 is ਪੇਸ਼ਾਵਰ। ਕਰੈਕਟ ਆਨਸਰ ਹੇਅਰ ਇਜ਼ ਆਪਸ਼ਨ ਨੰਬਰ 1 ਅੰਮ੍ਰਿਤਸਰ। ਇਸ ਨੂੰ ਹੋਰ ਐਕਸਪਲੇਨ ਕਰਦਿਆਂ ਹੋਇਆਂ ਰਣਜੀਤ ਸਿੰਘ ਜੋ ਕਿ ਸੂਕਰ ਚੱਕੀਆ ਮਿਸਲ ਪੰਜਾਬ ਉਸ ਟਾਈਮ 'ਤੇ ਰਣਜੀਤ ਸਿੰਘ ਦੇ ਟਾਈਮ 'ਤੇ ਇਟ ਵਾਜ਼ ਡਿਵਾਈਡਡ ਇਨਟੂ ਮਿਸਲਸ ਅਤੇ ਇਹਨਾਂ ਦੀ ਇੱਕ ਮਿਸਲ ਸੀਗੀ ਸੂਕਰ ਚੱਕੀਆ ਜਿਸ ਦੇ ਚੀਫ ਸੀਗੇ ਰਣਜੀਤ ਸਿੰਘ ਅਤੇ ਇਹਨਾਂ ਨੂੰ ਫਾਰਮਲੀ ਮਹਾਰਾਜਾ ਉਦੋਂ ਡਿਕਲੇਅਰ ਕੀਤਾ ਗਿਆ ਵੈਨ ਹੀ ਆਕਿਊਪਾਈਡ ਲਾਹੌਰ ਇਨ 1799 ਅਤੇ ਇਹਨਾਂ ਨੇ ਜਦੋਂ ਲਾਹੌਰ ਕੈਪਚਰ ਕੀਤਾ ਤਾਂ ਇਹਨਾਂ ਨੇ ਆਪਣਾ ਜਿਹੜਾ ਏਰੀਆ ਹੈ ਹੀ ਐਕਸਪੈਂਡਡ ਹਿਸ ਏਰੀਆ ਫਰੋਮ ਲਾਹੌਰ ਟੂ ਅੰਮ੍ਰਿਤਸਰ ਇਨ 1805 ਜਦੋਂ ਉਹਨਾਂ ਨੇ ਭੰਗੀ ਚੀਫ ਤੋਂ ਜਿੱਤ ਹਾਸਿਲ ਕੀਤੀ। ਇਸ ਤੋਂ ਪਹਿਲਾਂ ਵੀ ਇਨ 1809 ਰਣਜੀਤ ਸਿੰਘ ਗੋਬਿੰਦਗੜ੍ਹ ਨੂੰ ਆਲਰੇਡੀ ਕੈਪਚਰ ਕਰ ਚੁੱਕੇ ਸੀ ਅਤੇ ਅੰਮ੍ਰਿਤਸਰ ਜੋ ਸੀਗੀ ਉਹਨਾਂ ਦੀ ਸੈਕਿੰਡ ਕੈਪੀਟਲ ਬਣੀ। ਨੈਕਸਟ ਕੁਐਸਚਨ ਸੇਜ਼ ਪਰਮਾਨੈਂਟ ਸੈਟਲਮੈਂਟ ਸਿਸਟਮ ਆਫ ਰੈਵਨਿਊ ਕਲੈਕਸ਼ਨ ਵਾਜ਼ ਇੰਟਰੋਡਿਊਸਡ ਇਨ ਇੰਡੀਆ ਬਾਏ ਕਿ ਜਿਹੜਾ ਇਹ ਪਰਮਾਨੈਂਟ ਸੈਟਲਮੈਂਟ ਇੱਕ ਰੈਵਨਿਊ ਸਿਸਟਮ ਸੀ ਇਹ ਕਿਸ ਨੇ ਇੰਟਰੋਡਿਊਸ ਕੀਤਾ। Option 1 is Lord Curzon, Option 2 is Lord Dalhousie, Option 3 is Lord Hastings, Option 4 is Lord Cornwallis। Correct answer here is option number 4 Lord Cornwallis। ਇਸ ਨੂੰ ਹੋਰ ਐਕਸਪਲੇਨ ਕਰਦਿਆਂ ਹੋਇਆਂ ਕਿ ਇਹ ਜਿਹੜਾ ਪਰਮਾਨੈਂਟ ਸੈਟਲਮੈਂਟ ਐਕਟ ਆਫ 1973 ਇਟ ਵਾਜ਼ ਕਨਕਲੂਡਡ ਬਾਏ ਲਾਰਡ ਕੌਰਨਵਾਲਿਸ ਅਤੇ ਇਹ ਇੱਕ ਲੈਂਡ ਸੈਟਲਮੈਂਟ ਸੀਗਾ ਜੋ ਕਿ ਲੈਂਡ ਹੋਲਡਰਸ ਐਂਡ ਜ਼ਮੀਨਦਾਰਾਂ ਦੇ ਮਤਲਬ ਬਹੁਤ ਫੇਵਰ 'ਚ ਹੋਇਆ ਅਤੇ ਅੰਡਰ ਦਿਸ ਕੰਟਰੈਕਟ ਆਫ ਪਰਮਾਨੈਂਟ ਸੈਟਲਮੈਂਟ ਦ ਗਵਰਨਮੈਂਟ ਕੁਡ ਨਾਟ ਇਨਹੈਂਸ ਦ ਰੈਵਨਿਊ ਡਿਮਾਂਡਸ ਔਨ ਜ਼ਮੀਨਦਾਰਸ। ਨੈਕਸਟ ਕੁਐਸਚਨ ਸੇਜ਼ who was the first women president of Congress कि कांग्रेस ਦੀ ਪਹਿਲੀ फीमेल women president कौन सी। Option 1 is Mrs. Annie Besant, Option 2 is Mrs. Sarojini Naidu, Option 3 is Mrs. Nellie Sen Gupta, Option 4 is Aruna Asaf Ali। Correct answer here is option number 1 Mrs. Annie Besant। ਇਸ ਨੂੰ ਹੋਰ ਐਕਸਪਲੇਨ ਕਰਦਿਆਂ ਹੋਇਆਂ ਐਨੀ ਬੈਸੈਂਟ ਜੋ ਸੀਗੇ ਸ਼ੀ ਵਾਜ਼ ਅ ਬ੍ਰਿਟਿਸ਼ ਸੋਸ਼ਲਿਸਟ, ਸ਼ੀ ਵਾਜ਼ ਥਿਓਸੋਫਿਸਟ ਐਂਡ ਸ਼ੀ ਵਾਜ਼ ਵਿਮਨਸ ਰਾਈਟਸ ਐਕਟਿਵਿਸਟ, ਅ ਰਾਈਟਰ ਐਂਡ ਅ ਓਰੇਟਰ। ਸ਼ੀ ਵਾਜ਼ ਅ ਸਪੋਰਟਰ ਆਫ ਆਇਰਿਸ਼ ਐਂਡ ਇੰਡੀਅਨ ਸੈਲਫ ਰੂਲ। ਐਨੀ ਬੈਸੈਂਟ ਨੂੰ ਹੋਮ ਰੂਲ ਲੀਗ ਦੇ ਨਾਲ ਵੀ ਬਹੁਤ ਲਿੰਕ ਕੀਤਾ ਜਾਂਦਾ। ਸ਼ੀ ਵਾਜ਼ ਮੱਚ ਇਨਫਲੂਐਂਸਡ ਬਾਈ ਦੀ ਆਈਡੀਆ ਆਫ ਹੋਮ ਰੂਲ ਅਤੇ ਸ਼ੀ ਵਾਜ਼ ਦ ਫਸਟ ਵੂਮੈਨ ਪ੍ਰੈਜ਼ੀਡੈਂਟ ਆਫ ਇੰਡੀਅਨ ਨੈਸ਼ਨਲ ਕਾਂਗਰਸ ਇਨ ਕੈਲਕਟਾ ਸੈਸ਼ਨ ਆਫ 1917। Next question says
The Simon Commission, which came to India in February 1928, was boycotted because कि ਜਿਹੜਾ ਸਾਈਮਨ ਕਮਿਸ਼ਨ ਸੀ ਉਸਨੇ ਕਿਉਂ ਰੋਕ ਲਗਾ ਦਿੱਤੀ ਸੀ 1928 'ਚ। Option 1 is because its members were Englishmen. Option 2 is at the time a large number of nationalist leaders were in the prison. Option 3, the chairman Sir John Simon was very unpopular. Option 4, the Montagues Chelmsford reform had failed. Correct answer here is option number 1, that its members were Englishmen. ਇਸ ਨੂੰ ਹੋਰ ਐਕਸਪਲੇਨ ਕਰਦਿਆਂ ਹੋਇਆਂ ਕਿ ਇਟ ਵਾਜ਼ ਇਨ 1927 ਕਿ ਜੋ ਸਾਈਮਨ ਕਮਿਸ਼ਨ ਇੰਡੀਆ 'ਚ ਲਿਆਂਦਾ ਗਿਆ ਅਤੇ ਇਸ ਦਾ ਸਭ ਤੋਂ ਵੱਡਾ ਓਬਜੈਕਸ਼ਨ ਇਹੀ ਸੀਗਾ ਕਿ ਵੈਸੇ ਤਾਂ ਸਾਈਮਨ ਕਮਿਸ਼ਨ ਨੇ ਡਿਸਾਈਡ ਕਰਨਾ ਸੀ ਕਿ ਇੰਡੀਆ ਦਾ ਫਿਊਚਰ ਕੀ ਹੋਏਗਾ, ਵੈਦਰ ਇਟ ਵਿਲ ਬੀ ਇੰਡੀਪੈਂਡੈਂਟ ਔਰ ਨੋਟ, ਬਟ ਸਭ ਤੋਂ ਜ਼ਿਆਦਾ ਸੈਡ ਗੱਲ ਇਸ ਕਮਿਸ਼ਨ 'ਚ ਇਹ ਸੀਗੀ ਕਿ ਇੰਡੀਆ ਦਾ ਫਿਊਚਰ ਡਿਸਾਈਡ ਕਰਨ ਵਾਸਤੇ ਵੀ ਕੋਈ ਇੰਡੀਅਨ ਮੈਂਬਰ ਨਹੀਂ ਸੀ ਇਸ ਡਿਸਕਸ਼ਨ ਵਿੱਚ। ਇਸ ਕਰਕੇ ਸਾਈਮਨ ਕਮਿਸ਼ਨ ਵਾਜ਼ ਮਚ ਕ੍ਰਿਟਿਸਾਈਜ਼ਡ ਇਨ ਇੰਡੀਆ। Next question says, who was the chairman of Partition Council? कि Partition Council ਦੇ chairman कौन सी? Option 1 is M.A. Jinnah. Option 2 is Lord Mountbatten. Option 3 is Jawaharlal Nehru. Option 4 is V.P. Menon. Correct answer here is option number 2, Lord Mountbatten. ਇਸ ਨੂੰ ਹੋਰ ਐਕਸਪਲੇਨ ਕਰਦਿਆਂ ਹੋਇਆਂ ਕਿ ਪਾਰਟੀਸ਼ਨ ਕਾਊਂਸਲ ਬਣਨ ਤੋਂ ਪਹਿਲਾਂ ਇੱਕ ਪਾਰਟੀਸ਼ਨ ਕਮੇਟੀ ਬਣੀ ਸੀ ਜਿਸ ਦੇ ਹੈਡ ਲਾਰਡ ਮਾਊਂਟਬੈਟਨ ਸੀਗੇ ਅਤੇ ਇਸ ਕਮੇਟੀ ਦੇ ਮੈਂਬਰਸ ਵਰ ਵੱਲਭ ਭਾਈ ਪਟੇਲ, ਡਾਕਟਰ ਰਾਜਿੰਦਰ ਪ੍ਰਸਾਦ, ਲਿਆਕਤ ਅਲੀ ਖਾਨ ਐਂਡ ਅਬਦੁਰ ਰੱਬ ਨਿਸ਼ਤਾਰ। ਅਤੇ ਇਹ ਜਿਹੜੀ ਪਹਿਲਾਂ ਕਮੇਟੀ ਬਣੀ ਦੈਨ ਇਟ ਵਾਜ਼ ਕਨਵਰਟਡ ਇਨਟੂ ਅ ਪਾਰਟੀਸ਼ਨ ਕਾਊਂਸਲ। ਅਤੇ ਇਸ ਕਾਊਂਸਲ ਵਿੱਚ ਕਾਂਗਰਸ ਨੂੰ ਰਿਪ੍ਰਜੈਂਟ ਕੀਤਾ ਸਰਦਾਰ ਪਟੇਲ ਐਂਡ ਰਾਜਿੰਦਰ ਪ੍ਰਸਾਦ ਵਿਦ ਸੀ ਰਾਜਗੋਪਾਲਚਾਰੀ ਐਜ਼ ਐਨ ਆਲਟਰਨੇਟ ਮੈਂਬਰ, ਅਤੇ ਮੁਸਲਿਮ ਲੀਗ ਨੂੰ ਰਿਪ੍ਰਜੈਂਟ ਕੀਤਾ ਮੁਹੰਮਦ ਅਲੀ ਜਿਨਾਹ, ਲਿਆਕਤ ਅਲੀ ਖਾਨ ਐਂਡ ਅਬਦੁਰ ਰੱਬ ਨਿਸ਼ਤਾਰ ਐਜ਼ ਆਲਟਰਨੇਟ ਮੈਂਬਰ। ਇਹ ਆਜ਼ਾਦੀ ਦੇ ਟਾਈਮ 'ਤੇ ਵੀ ਦਿਸ ਕਾਊਂਸਲ ਵਾਜ਼ ਇਨ ਐਗਜ਼ਿਸਟੈਂਸ, ਅਤੇ ਅਦਰਵਾਈਜ਼ ਇਸ ਕਾਊਂਸਲ ਦਾ ਜੋ ਚੇਅਰਮੈਨ ਸੀਗਾ ਹੀ ਵਾਜ਼ ਅ ਗਵਰਨਰ ਜਨਰਲ। ਨੈਕਸਟ ਕੁਐਸਚਨ ਸੇਜ਼, Gandhi's inspiration for civil disobedience came from the writings of ਕਿ ਕਿਸ ਦੀ ਰਾਈਟਿੰਗ ਨੋਟਸ ਤੋਂ ਇੰਸਪਾਇਰ ਹੋ ਕੇ ਗਾਂਧੀ ਜੀ was attracted towards the idea of civil disobedience. Option 1 is Henry David Thoreau. Option 2 is David Ricardo. Option 3 is Henry Kissinger. Option 4 is Bertrand Russell. Correct answer here is option number 1, Henry David Thoreau. ਇਸ ਨੂੰ ਹੋਰ ਐਕਸਪਲੇਨ ਕਰਦਿਆਂ ਹੋਇਆਂ ਕਿ ਹੈਨਰੀ ਡੇਵਿਡ ਥੋਰਿਓ ਦਾ ਇੱਕ ਐਸੇ ਪਬਲਿਸ਼ ਹੋਇਆ ਸੀਗਾ ਫॉर द फर्स्ट टाइम in 1849 ਜਿਸ ਦਾ ਨਾਮ ਸੀ ਰੈਜ਼ਿਸਟੈਂਸ ਟੂ ਸਿਵਲ ਗਵਰਨਮੈਂਟ ਔਰ ਸਿਵਲ ਡਿਸਓਬੀਡੀਐਂਸ। ਅਤੇ ਇਸ ਐਸੇ ਦੇ ਥਰੂ ਥੋਰਿਓ ਵਾਂਟਡ ਟੂ ਸੇ ਦੈਟ ਜਿਹੜੇ ਇੰਡੀਵਿਜੂਅਲਸ ਨੇ ਇਹਨਾਂ ਨੂੰ ਸਰਕਾਰ 'ਤੇ ਆਪਣੇ ਉੱਤੇ ਜ਼ਿਆਦਾ ਹੀ ਜ਼ੋਰ ਲਗਾਉਣ ਦੀ ਮਤਲਬ ਇੰਨੀ ਖੁੱਲ੍ਹ ਨਹੀਂ ਦੇਣੀ ਚਾਹੀਦੀ, ਇੰਨੀ ਵੀ ਮਤਲਬ ਜੋ ਹੈ ਕਿਸੇ ਦੇਸ਼ ਦੇ ਸਿਟੀਜ਼ਨ ਨੂੰ ਇੰਨੇ ਵੀ ਰੂਲਸ ਦੇ ਨੀਚੇ ਇੰਨਾ ਵੀ ਦੱਬ ਨਹੀਂ ਜਾਣਾ ਚਾਹੀਦਾ ਕਿ ਉਹ ਰੂਲਸ ਦੀ ਇੰਪਲੀਮੈਂਟੇਸ਼ਨ ਨਾ ਲੱਗ ਕੇ ਇਨਜਸਟਿਸ ਲੱਗੇ। ਅਤੇ ਇਸੇ ਆਈਡੀਆ ਤੋਂ ਇੰਸਪਾਇਰ ਹੋ ਕੇ ਬਿਕੋਜ਼ ਇੱਦਾਂ ਦਾ ਹੀ ਸਿਨਾਰੀਓ ਬ੍ਰਿਟਿਸ਼ਰਸ ਨੇ ਇੰਡੀਆ 'ਚ ਕ੍ਰੀਏਟ ਕੀਤਾ ਹੋਇਆ ਸੀ ਕਿ ਟੂ ਮਚ ਆਫ ਰੂਲਸ ਐਂਡ ਵਿਚ ਇਵੈਂਚੁਅਲੀ ਲੀਡ ਟੂ ਵਾਇਲੈਂਸ ਐਂਡ ਇਨਜਸਟਿਸ ਆਲਸੋ। ਇਸ ਕਰਕੇ ਜੋ ਹੈ ਮਹਾਤਮਾ ਗਾਂਧੀ ਵਾਜ਼ ਮਚ ਇੰਸਪਾਇਰਡ ਬਾਈ ਦਿਸ ਆਈਡੀਆ ਆਫ ਸਿਵਲ ਡਿਸਓਬੀਡੀਐਂਸ ਫਰੋਮ ਥੋਰਿਓਜ਼ ਐਸੇ। Next question says, the idea of Pakistan was first conceived by कि पाकिस्तान एक देश होना चाहिए, एक ਵੱਖਰਾ स्टेट होना चाहिए, ਇਹ आइडिया सब तो पहला किस दे जो है दिमाग 'ਚ आया? Option 1 is Muhammad Iqbal. Option 2 is M.A. Jinnah. Option 3 is Shaukat Ali. Option 4 is Aga Khan. Correct answer here is option number 1, Muhammad Iqbal.
ਇਸ ਨੂੰ ਹੋਰ ਐਕਸਪਲੇਨ ਕਰਦਿਆਂ ਹੋਇਆਂ ਕਿ ਮੁਹੰਮਦ ਇਕਬਾਲ ਜਿਨ੍ਹਾਂ ਨੂੰ ਮਤਲਬ ਇੱਕ ਬਹੁਤ ਹੀ ਜ਼ਿਆਦਾ ਜਾਣਿਆ ਮਾਣਿਆ ਫੇਸ ਹੈ ਪਾਕਿਸਤਾਨੀ ਮੂਵਮੈਂਟ ਦਾ, ਹੀ ਵਾਜ਼ ਅ ਫਿਲੋਸਫਰ, ਪੋਇਟ ਐਂਡ ਅ ਪੋਲੀਟੀਸ਼ੀਅਨ। ਅਤੇ ਇਹਨਾਂ ਨੇ ਹੀ ਇੱਕ ਪ੍ਰਪੋਜ਼ਲ ਲੈ ਕੇ ਗਏ ਇਹ MA ਜਿਨਾਹ ਕੋਲ ਕਿ ਮੁਸਲਿਮਸ ਦੀ ਕੰਟਰੀ ਹੀ ਅਲੱਗ ਹੋਣੀ ਚਾਹੀਦੀ ਹੈ, ਜਿਸ ਦਾ ਫਿਰ ਇਹਨਾਂ ਨੇ ਇੱਕ ਨਾਮ ਫੋਰਮ ਕੀਤਾ ਐਜ਼ ਪਾਕਿਸਤਾਨ। ਕਿਉਂਕਿ ਉਸ ਟਾਈਮ ਦੇ ਹਾਲਾਤ ਬਹੁਤ ਹੀ ਜ਼ਿਆਦਾ ਖ਼ਰਾਬ ਸੀਗੇ, ਇਸ ਕਰਕੇ ਇਹਨਾਂ ਦੇ ਪ੍ਰਪੋਜ਼ਲ ਦੇਣ ਪਿੱਛੇ ਆਈਡੀਆ ਇਹੀ ਸੀਗਾ ਕਿ ਇਟ ਇਜ਼ ਸੇਫ ਕਿ ਮੁਸਲਿਮਸ ਆਪਣੀ ਕੰਟਰੀ ਹੀ ਸੈਪਰੇਟ ਕਰ ਲੈਣ ਰਾਦਰ ਦੈਨ ਜਿਹੜੇ ਨੋਨ ਮੁਸਲਿਮਸ ਨੇ ਦੇ ਕੀਪ ਔਨ ਡੂਇੰਗ ਅਟਰੋਸਿਟੀਜ਼ ਔਨ ਦੈਮ। ਨੈਕਸਟ ਕੁਐਸਚਨ ਸੇਜ਼ who is generally acknowledged as the pioneer of local self-government in modern India। ਕਿ ਜੋ ਲੋਕਲ ਸੈਲਫ ਗਵਰਨਮੈਂਟ ਦਾ ਕਨਸੈਪਟ ਹੈ ਇਸਨੂੰ ਪਾਇਓਨੀਅਰ ਕਰਨ ਵਾਲੇ ਕੌਣ ਸੀ? ਆਪਸ਼ਨ 1 ਇਜ਼ ਰਿਪਨ, ਆਪਸ਼ਨ 2 ਇਜ਼ ਮੇਓ, option 3 is Lytton, option 4 is Curzon। correct answer here is option number 1 Ripon। ਇਸ ਨੂੰ ਹੋਰ ਐਕਸਪਲੇਨ ਕਰਦਿਆਂ ਹੋਇਆਂ ਕਿ ਇੱਕ ਰਿਪਨ ਰੈਜ਼ੋਲਿਊਸ਼ਨ ਆਇਆ ਸੀ 1882 'ਚ, ਜਿਸ ਨੂੰ ਕਿ ਮੈਗਨਾ ਕਾਰਟਾ, ਇਟਸ ਕਾਰਟਾ ਨੋਟ ਕੈਰਟ, ਮੈਗਨਾ ਕਾਰਟਾ ਆਫ ਗਵਰਨਮੈਂਟ ਕਿਹਾ ਜਾਂਦਾ ਹੈ। ਐਂਡ ਇਸੇ ਕਰਕੇ ਜੋ ਹੈ ਰਿਪਨ ਨੂੰ ਫਾਦਰ ਆਫ ਲੋਕਲ ਸੈਲਫ ਗਵਰਨਮੈਂਟ ਇਨ ਇੰਡੀਆ ਵੀ ਕਿਹਾ ਜਾਂਦਾ ਹੈ। ਅਤੇ ਇਸ ਰੈਜ਼ੋਲਿਊਸ਼ਨ ਦਾ ਜੋ ਪ੍ਰਪੋਜ਼ਲ ਸੀਗਾ ਇਸਦੇ 2 ਏਮ ਸੀ। ਫਸਟ ਵਾਜ਼ ਦੈਟ ਦੀ ਐਡਮਿਨਿਸਟ੍ਰੇਸ਼ਨ ਸ਼ੁੱਡ ਬੀ ਐਫੀਸ਼ੀਐਂਟ and there should be a political education also provided। Next question says after the Bardoli Satyagraha the title of Sardar to Vallabhbhai Patel was given by। ਕਿ ਬਰਦੋਲੀ ਸੱਤਿਆਗ੍ਰਹਿ ਤੋਂ ਬਾਅਦ ਵੱਲਭ ਭਾਈ ਪਟੇਲ ਨੂੰ ਸਰਦਾਰ ਦਾ ਜੋ ਟਾਈਟਲ ਹੈ ਇਹ ਕਿਸ ਨੇ ਦਿੱਤਾ? option 1 is ਜਵਾਹਰ ਲਾਲ ਨਹਿਰੂ, option 2 is ਮੋਤੀ ਲਾਲ ਨਹਿਰੂ, option 3 is ਮਹਾਤਮਾ ਗਾਂਧੀ, option 4 is Maulana Abdul Kalam Azad। correct answer here is option number 3 ਮਹਾਤਮਾ ਗਾਂਧੀ। ਇਸ ਨੂੰ ਹੋਰ ਐਕਸਪਲੇਨ ਕਰਦਿਆਂ ਹੋਇਆਂ ਕਿ ਜੋ ਬਰਦੋਲੀ ਸੱਤਿਆਗ੍ਰਹਿ ਸੀ ਇਹ 1928 'ਚ ਹੋਇਆ ਐਂਡ ਇਹ ਸੱਤਿਆਗ੍ਰਹਿ ਇਜ਼ ਰਿਲੇਟਡ ਟੂ ਦ ਸਟੇਟ ਆਫ ਗੁਜਰਾਤ ਐਂਡ ਇਟ ਵਾਜ਼ ਆਲਸੋ ਅ ਮੇਜਰ ਐਪੀਸੋਡ ਆਫ ਸਿਵਲ ਡਿਸਓਬੀਡੀਐਂਸ ਐਂਡ ਰਿਵੋਲਟ ਇਨ ਦ ਇੰਡੀਅਨ ਇੰਡੀਪੈਂਡੈਂਸ ਮੂਵਮੈਂਟ। ਅਤੇ ਜਦੋਂ ਇਹ ਸੱਤਿਆਗ੍ਰਹਿ ਸਕਸੈਸਫੁਲ ਹੋਇਆ ਤਾਂ ਜੋ ਹੈ ਵੱਲਭ ਭਾਈ ਪਟੇਲ ਹੀ ਐਮਰਜਡ ਐਜ਼ ਅ ਗ੍ਰੇਟੈਸਟ ਲੀਡਰ ਆਫ ਇੰਡੀਪੈਂਡੈਂਸ ਸਟਰਗਲ, ਜਿਸ ਕਰਕੇ ਇਹਨਾਂ ਨੂੰ ਜੋ ਹੈ ਹੀ ਵਾਜ਼ ਕ੍ਰੈਡੀਟਡ ਵਿਦ ਦ ਟਾਈਟਲ ਆਫ ਸਰਦਾਰ। ਅਤੇ ਨੋਟ ਓਨਲੀ ਹੀ ਵਾਜ਼ ਗਿਵਨ ਅ ਟਾਈਟਲ, ਇਸ ਸੱਤਿਆਗ੍ਰਹਿ ਤੋਂ ਬਾਅਦ ਵੱਲਭ ਭਾਈ ਪਟੇਲ ਜੋ ਸੀਗੇ ਉਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਲੀਡਰਸ ਵਿੱਚੋਂ ਇੱਕ ਮੰਨੇ ਗਏ ਐਟ ਦ ਟਾਈਮ ਆਫ ਇੰਡੀਪੈਂਡੈਂਸ। ਨੈਕਸਟ ਕੁਐਸਚਨ ਸੇਜ਼ ਸਤੀ ਵਾਜ਼ ਐਬੋਲਿਸ਼ਡ ਬਾਈ। ਸਤੀ ਜਿਹੜੀ ਸੀਗੀ ਜੋ ਕਿ ਰਾਜਪੂਤਾਨਾ ਪ੍ਰੈਕਟਿਸ ਸੀ ਬਹੁਤ ਪੁਰਾਣੀ, ਇਸ ਨੂੰ ਖ਼ਤਮ ਕਿਸ ਦੇ ਥਰੂ ਕੀਤਾ ਗਿਆ? ਕਿਸ ਪਰਸਨੈਲਿਟੀ ਨੂੰ ਇਸ ਨੂੰ ਖ਼ਤਮ ਕਰਨ ਦਾ ਕ੍ਰੈਡਿਟ ਦਿੱਤਾ ਜਾਂਦਾ ਹੈ? option 1 is Lord Ripon, option 2 is Warren Hastings, option 3 is Lord Cornwallis, option 4 is William Bentinck। correct answer here is option number 4 William Bentinck। ਇਸ ਨੂੰ ਹੋਰ ਐਕਸਪਲੇਨ ਕਰਦਿਆਂ ਹੋਇਆਂ ਕਿ ਇਟ ਵਾਜ਼ ਅੰਡਰ ਦ ਗਵਰਨਰ ਜਨਰਲਸ਼ਿਪ ਆਫ ਲਾਰਡ ਵਿਲੀਅਮ ਬੈਂਟਨਿਕ ਕਿ ਜੋ ਹੈ ਦਸੰਬਰ 1829 'ਚ ਜਿਹੜੀ ਇਹ ਸਤੀ ਦੀ ਪ੍ਰੈਕਟਿਸ ਸੀਗੀ ਇਹ ਬਿਲਕੁਲ ਹੀ ਬੈਨ ਕਰ ਦਿੱਤੀ ਗਈ ਸੀ। ਅਤੇ ਇਸ ਨੂੰ ਜੋ ਵੀ ਮੰਨ ਲਓ ਸਟਿਲ ਜੇ ਕੋਈ ਸਤੀ ਪ੍ਰੈਕਟਿਸ ਕਰ ਰਿਹਾ ਤਾਂ ਹੀ ਵਾਜ਼ ਡਿਕਲੇਅਰਡ ਗਿਲਟੀ ਆਫ ਕਲਪੇਬਲ ਹੋਮੀਸਾਈਡ। ਅਤੇ ਜੈਪੁਰ ਨੇ ਇਹ ਪ੍ਰੈਕਟਿਸ ਥੋੜ੍ਹੀ ਲੇਟ ਬੈਨ ਕੀਤੀ ਕਿਉਂਕਿ ਜੈਪੁਰ ਰਾਜਸਥਾਨ ਸਾਈਡ ਜੋ ਸੀਗੇ ਰਾਜਪੂਤਸ ਬਹੁਤ ਰਿਜ਼ਾਈਡ ਕਰਦੇ ਸੀ, ਇਸ ਕਰਕੇ ਜੈਪੁਰ ਟੁੱਕ ਅ ਲਿਟਲ ਮੋਰ ਟਾਈਮ ਟੂ ਬੈਨ ਇਟ ਐਂਡ ਇਟ ਫਾਈਨਲੀ ਬੈਨਡ ਦਿਸ ਪ੍ਰੈਕਟਿਸ ਇਨ 1846। ਨੈਕਸਟ ਕੁਐਸਚਨ ਸੇਜ਼ ਮੋਹਨਦਾਸ ਕਰਮਚੰਦ ਗਾਂਧੀ ਵਾਜ਼ ਕਾਲਡ ਐਜ਼ ਮਹਾਤਮਾ ਬਾਏ। ਕਿ ਮਤਲਬ ਮਹਾਤਮਾ ਗਾਂਧੀ ਨੂੰ ਜੋ ਮਹਾਤਮਾ ਟਾਈਟਲ ਸੀਗਾ ਉਹ ਕਿਸ ਨੇ ਦਿੱਤਾ? option 1 is ਬਾਲ ਗੰਗਾਧਰ ਤਿਲਕ, option 2 is ਮੋਤੀ ਲਾਲ ਨਹਿਰੂ, option 3 is ਜਵਾਹਰ ਲਾਲ ਨਹਿਰੂ, option 4 is ਰਬਿੰਦਰਨਾਥ ਟੈਗੋਰ। correct answer here is option number 4 ਰਬਿੰਦਰਨਾਥ ਟੈਗੋਰ।
ਇਸ ਨੂੰ ਹੋਰ ਐਕਸਪਲੇਨ ਕਰਦਿਆਂ ਹੋਇਆਂ ਕਿ ਮੋਹਨਦਾਸ ਕਰਮਚੰਦ ਗਾਂਧੀ ਜੀ ਨੂੰ ਮਹਾਤਮਾ ਦਾ ਜੋ ਟਾਈਟਲ ਸੀਗਾ, ਮਹਾਤਮਾ ਮਤਲਬ ਮਹਾਨ ਆਤਮਾ, ਇੱਕ ਗ੍ਰੇਟ ਸੋਲ, ਇਹ 1915 'ਚ ਮਿਲਿਆ ਐਂਡ ਇਹ ਟਾਈਟਲ ਉਹਨਾਂ ਨੂੰ ਰਬਿੰਦਰਨਾਥ ਟੈਗੋਰ ਜੀ ਨੇ ਦਿੱਤਾ। ਪਰ ਜੋ ਮਹਾਤਮਾ ਗਾਂਧੀ ਸੀਗੇ ਉਹ ਆਪਣੇ ਆਪ ਨੂੰ ਇੰਨਾ ਮਤਲਬ ਉਹ ਨਹੀਂ ਸੀ ਸਮਝਦੇ, ਉਸਦੇ ਇਕੁਈਵੈਲੈਂਟ ਨਹੀਂ ਸੀ ਸਮਝਦੇ। ਬਟ ਬਹੁਤ ਸਾਰੇ ਇੰਸੀਡੈਂਟਸ ਹੋਏ ਜਾਂ ਬਹੁਤ ਸਾਰੀ ਜਿਹਨੂੰ ਕਹਿੰਦੇ ਮਹਾਤਮਾ ਗਾਂਧੀ ਨੇ ਜੋ ਹੈ ਕੰਟਰੀਬਿਊਸ਼ਨ ਦਿੱਤੀਆਂ, ਜਿਸ ਕਰਕੇ ਰਬਿੰਦਰਨਾਥ ਟੈਗੋਰ ਬਿਲੀਵ ਦੈਟ ਮਹਾਤਮਾ ਇਜ਼ ਦ ਰਾਈਟ ਟਾਈਟਲ ਫॉर ਹਿਮ। ਪਰ ਇਸ ਜੋ ਮਹਾਤਮਾ ਐਜ਼ ਅ ਟਾਈਟਲ ਹੈ, ਇਸ ਦੇ ਨਾਲ ਇੱਕ ਹੋਰ ਗੱਲ ਵੀ ਲਿੰਕ ਕੀਤੀ ਜਾਂਦੀ ਹੈ ਕਿ ਦੇਰ ਇਜ਼ ਅਨਦਰ ਸਟੋਰੀ ਕਿ ਨਗਰ ਸੇਠ ਜੋ ਸੀਗੇ ਆਫ ਜੇਤਪੁਰ, he is also believed that he was the first to use Mahatma for Gandhi ji in 1915 at Kamri Bai School, Jodhpur in India. Last question of this session says कि Mohammedan Anglo-Oriental College later became the, कि Mohammedan Anglo-Oriental College ਦਾ eventually नाम change होके की बन गया। Option 1 is Osmania University, Option 2 is Jamia Millia Muslim University, Option 3 is Baraktullah University, Option 4 is Aligarh Muslim University. Correct answer here is option number 4, Aligarh Muslim University. ਇਸ ਨੂੰ ਹੋਰ ਐਕਸਪਲੇਨ ਕਰਦਿਆਂ ਹੋਇਆਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਜੋ ਸੀ ਇਹ ਇਸਟੈਬਲਿਸ਼ ਕੀਤੀ ਗਈ ਸੀ 1875 'ਚ ਬਾਏ ਸਰ ਸੈਯਦ ਅਹਿਮਦ, ਅਤੇ ਇਹਨੂੰ ਮੁਹੰਮਦ ਐਂਗਲੋ ਓਰੀਐਂਟਲ ਕਾਲਜ ਵੀ ਕਿਹਾ ਜਾਂਦਾ। ਅਤੇ ਇਸ ਦਾ ਪਰਪਸ ਇਹ ਸੀਗਾ ਕਿ ਮੁਸਲਿਮਸ ਨੂੰ ਗਵਰਨਮੈਂਟ ਸਰਵਿਸ ਵਾਸਤੇ ਟ੍ਰੇਨ ਕਰਨਾ ਅਤੇ ਇਹਨਾਂ ਨੂੰ ਫਰਦਰ ਬ੍ਰਿਟਿਸ਼ ਯੂਨੀਵਰਸਿਟੀ ਵਿੱਚ ਐਡਮਿਸ਼ਨ ਲੈਣ ਲਈ ਵੀ ਇਹਨਾਂ ਨੂੰ ਇਕੁਇਪ ਕਰਨਾ ਜਾਂ ਐਡਵਾਂਸ ਟ੍ਰੇਨਿੰਗ ਦੇਣਾ। ਅਤੇ ਮੁਹੰਮਡਨ ਐਂਗਲੋ ਓਰੀਐਂਟਲ ਕਾਲਜ ਇਵੈਂਚੁਅਲੀ ਬਿਕੇਮ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਇਨ 1920।